बिस्मिल्लाहिर्रहमानिर्रहीम। अस्सलाम वालेकुम वरहमतुल्लाहि वबरकातुहू। की हाल चाल है जी? ठीक ठाक हो? उम्मीद है अल्लाह ताला दे हुक्म नाल इंशाअल्लाह तुसीं सारे ठीक ठाक होवोगे। अल्लाह ताला सब ते रहमत फरमाए। अल्लाह ताला सब नूं अपने हिफ्ज़ ईमान दे विच रखे। अज दे व्लॉग दे विच मैं तुहानूं दसांगा एक ऐसा दिल खराश वाकया कि एक आदमी जिहड़ा अपनी बीवी दी लाश दे टुकड़े करके ताकि इहदा सबूत ना बचे ते ਉਹਨੂੰ ਪ੍ਰੈਸ਼ਰ ਕੁੱਕਰ ਦੇ ਵਿੱਚ ਪਾ ਕੇ ਤੇ ਉਹਨੂੰ ਗਾਲ ਕੇ ਤੇ ਫਿਰ ਦਰਿਆ ਦੇ ਵਿੱਚ ਮੱਛਲੀਆਂ ਨੂੰ ਸੁੱਟ ਦਿੰਦਾ ਤਾਂ ਕਿ ਮੱਛਲੀਆਂ ਇਹਨਾਂ ਟੁਕੜਿਆਂ ਨੂੰ ਖਾ ਲੈਣ ਔਰ ਇਹਦਾ ਮੁੱਦਾ ਹੀ ਗਾਇਬ ਹੋ ਜਾਏ। ਤੇ ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਤੇ ਲਓ ਜੀ, ਜੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ ਔਰ ਨਾਲ ਨਾਲ ਘੰਟੀ ਦੇ ਬਟਨ ਨੂੰ ਜ਼ਰੂਰ ਦਬ ਦੇਣਾ। ਇਹ ਵਾਕਿਆ ਜਿਹੜਾ ਇੰਡੀਆ ਦਾ ਆ, ਇੰਡੀਆ ਦਾ ਸ਼ਹਿਰ ਹੈਦਰਾਬਾਦ, ਉੱਥੇ ਇੱਕ ਪੁਲਿਸ ਅਫੀਸਰ ਰਹਿੰਦਾ ਗੁਰੂ ਮੂਰਤੀ। ਉਹਦੀ ਸ਼ਾਦੀ ਜਿਹੜੀ ਆ ਇੱਕ ਮਾਧਵੀ ਨਾਮੀ ਲੜਕੀ ਨਾਲ ਹੋ ਜਾਂਦੀ ਆ। ਉਹ ਲੜਕੀ ਜਿਹੜੀ ਆ ਇੰਡੀਆ ਗੁਜਰਾਤ ਦੀ ਆ। ਉਹਨੂੰ ਗੁਜਰਾਤਣ ਵੀ ਕਹਿੰਦੇ ਸੀ ਕਿਉਂਕਿ ਉਹ ਗੁਜਰਾਤ ਦੀ ਰਹਿਣ ਵਾਲੇ ਸੀ। ਲੇਕਿਨ ਉਹ ਸ਼ਾਦੀ ਤੋਂ ਬਾਅਦ ਕਿਉਂਕਿ ਉਹਦਾ ਸ਼ੌਹਰ ਜਿਹੜਾ हैदराबाद इंडिया रहिंदा सी, वो फिर इत्थे आ जांदी आ। ये जिहड़ा गुरु मूर्ति आ आर्मी दे विच बहुत बड़े अहुदे ते रहा सी ते इहने जवानी दे विच ही रिटायरमेंट लै लई ते इहदे 2 बच्चे सी ते ये जिहड़ा फिर उस तो बाद इहने ना एक DRDO अदारा आ, डिफेंस रिसर्च ऑफ ऑर्गेनाइजेशन, ਇਹ ਵੀ ਇੱਕ ਆਰਮੀ ਦੇ ਮੁਤਲਕ ਹੀ ਅਦਾਰਾ ਆ। ਉਹਦੇ ਵਿੱਚ ਇਹਨੇ ਨੌਕਰੀ ਕਰ ਲਈ ਆਰਮੀ ਤੋਂ ਰਿਟਾਇਰਮੈਂਟ ਲੈਣ ਤੋਂ ਬਾਅਦ। ਇਹ ਜਿਹੜਾ ਅਦਾਰਾ ਇੱਥੇ ਵੀ ਡਿਫੈਂਸ ਦੇ ਮੁਤਲਕ ਜਿੰਨੇ ਵੀ ਕੋਈ ਅਹਿਮ ਮਾਲੂਮਾਤ ਹੋਵੇ ਆਉਂਦੀਆਂ ਨੇ, ਉਹਦੇ ਉਸ ਅਦਾਰੇ 'ਚ ਬਤੌਰ ਨੇ ਸਿਕਿਉਰਟੀ ਅਫੀਸਰ ਨੌਕਰੀ ਕਰ ਲਈ ਸਿਕਿਉਰਟੀ ਬ੍ਰਾਂਚ ਦੇ ਵਿੱਚ। ਤੇ ਉਸ ਤੋਂ ਬਾਅਦ ਇਹ ਉੱਥੇ ਰਹਿਣ ਲੱਗ ਪਏ ਤੇ ਇਹਦੀ ਬੀਵੀ ਨਾਲ ਇੱਕ ਦਿਨ ਇਹਦਾ ਝਗੜਾ ਹੋ ਜਾਂਦਾ। ਇਹ ਇਹਨਾਂ ਦਾ ਇੱਕ ਤਿਉਹਾਰ ਆ, ਕੋਈ ਗੋਂਗਲ ਤਿਉਹਾਰ। ਉਸ ਤਿਉਹਾਰ ਤੇ ਇਹਦੀ ਬੀਵੀ ਕਹਿੰਦੀ ਆ ਕਿ ਇਹ ਜਿਹੜਾ ਤਿਉਹਾਰ ਆ ਮੈਂ ਜਾ ਕੇ ਆਪਣੇ ਮਾਂ-ਪਿਓ ਦੇ ਨਾਲ ਮਨਵਾਣਾ ਗੁਜਰਾਤ ਦਾ। ਇਹਦਾ ਸ਼ੌਹਰ ਜਿਹੜਾ ਹੁਣ ਗੁਰੂ ਮੂਰਤੀ, ਉਹ ਕਹਿੰਦਾ ਕਿ ਤੂੰ ਇਸ ਤਰ੍ਹਾਂ ਕਰਕੇ ਮੈਂ ਹਜੇ ਬਹੁਤ ਜ਼ਿਆਦਾ ਬਿਜ਼ੀ ਹਾਂ, ਹਜੇ ਮੇਰੇ ਕੋਲ ਟਾਈਮ ਨਹੀਂ ਹੈਗਾ। ਕੋਈ ਗੱਲ ਨਹੀਂ, ਆਪਾਂ ਇਕੱਠੇ 2-4 ਦਿਨ ਠਹਿਰ ਜਾ, ਛੁੱਟੀ ਲਵਾਂਗਾ ਤੇ ਫਿਰ ਮੈਂ ਤੈਨੂੰ ਗੁਜਰਾਤ ਫੇਰ ਲਿਆਵਾਂਗਾ। ਲੇਕਿਨ ਇਹ ਜਿਹੜੀ ਮਾਧਵੀ ਆ ਇਹ ਬਜ਼ਿਦ ਰਹਿੰਦੀ ਹੈ, ਕਹਿੰਦੀ ਨਹੀਂ ਮੈਂ ਜਾਣਾ ਹੀ ਜਾਣਾ। ਤੇ ਇਹ ਜਿਸ ਵੇਲੇ ਜ਼ਿੱਦ ਕਰਦੀ ਆ ਤੇ ਇਹਨੂੰ ਫਿਰ ਗੁੱਸਾ ਆ ਜਾਂਦਾ ਤੇ ਫਿਰ ਇਹ ਕੀ ਕਰਦਾ, ਇਹ ਉਹਦਾ ਗਲਾ ਦਬਾਉਂਦਾ। ਗਲਾ ਦਬਾ ਕੇ ਜਿਸ ਵੇਲੇ 4-5 ਮਿੰਟ ਘੁੱਟ ਕੇ ਰੱਖਦਾ, ਉਹ ਸਾਹ ਨਹੀਂ ਆਉਂਦਾ ਹੈਗਾ, ਉਹਦੀ ਮੌਤ ਵਾਕਿਆ ਹੋ ਜਾਂਦੀ ਆ। ਜਿਸ ਵੇਲੇ ਦੀ ਮੌਤ ਵਾਕਿਆ ਹੋ ਜਾਂਦੀ ਆ ਫਿਰ ਇਹ ਵੇਖਦਾ ਕਿ ਹੁਣ ਮੈਂ ਕੀ ਕਰਾਂ। ਅਗਰ ਇਹਦੀ ਲਾਸ਼ ਨੂੰ ਮੈਂ ਬੋਰੀ ਦੇ ਵਿੱਚ ਪਾ ਕੇ ਬਾਹਰ ਸੁੱਟਦਾ ਫਿਰ ਫੜਿਆ ਜਾਵਾਂਗਾ, ਲੇਕਿਨ ਹੁਣ ਕਰਤਾ ਮੈਂ ਬੈਠਾ, ਲੇਕਿਨ ਹੁਣ ਇਹਨੂੰ ਕਿੱਦਾਂ ਟਿਕਾਣੇ ਲਾਵਾਂ। ਤੇ ਉਹ ਫਿਰ ਉਹਦੇ ਜ਼ਿਹਨ 'ਚ ਇੱਕ ਆਈਡੀਆ ਆਇਆ। ਉਹਨੇ ਇੱਕ ਗ੍ਰਾਈਂਡਰ ਲਿਆ, ਗ੍ਰਾਈਂਡਰ ਲੈ ਕੇ ਵਾਸ਼ਰੂਮ ਦੇ ਵਿੱਚ ਉਹਦੀ ਲਾਸ਼ ਦੇ ਛੋਟੇ ਛੋਟੇ ਟੁਕੜੇ ਕੀਤੇ, ਪੀਸ ਕਹਿ ਲਓ ਤੁਸੀਂ। ਫਿਰ ਉਹਨਾਂ ਨੂੰ ਪ੍ਰੈਸ਼ਰ ਕੁੱਕਰ ਦੇ ਵਿੱਚ ਪਾਣੀ ਦੇ ਵਿੱਚ ਰੱਖ ਕੇ ਗਾਲਿਆ ਤਾਂ ਕਿ ਯਾਨੀ ਸਬੂਤ ਜਿਹੜਾ ਨਾ ਉਹ ਕੋਈ ਨਾ ਰਵੇ। ਜਿਸ ਵੇਲੇ ਗਾਲਿਆ ਉਸ ਨੂੰ ਫਿਰ ਉਸ ਤੋਂ ਬਾਅਦ ਉਹਨੇ ਛਾਪਰ ਉਹਦੇ ਮੁxtਲਫ ਕਿਸਮ ਦੇ ਬਣਾਏ। ਫਿਰ 2 ਦਿਨ ਲੱਗੇ ਉਹਨਾਂ ਨੂੰ ਦਰਿਆ ਦੇ ਵਿੱਚ ਸੁੱਟਣੇ ਵਾਸਤੇ, ਯਾਨੀ ਇਕੱਠੇ ਛਾਪਰ ਤਾਂ ਨਾ ਲੈ ਕੇ ਜਾ ਸਕਦਾ। ਤੇ ਫਿਰ ਉਹ ਇੱਕ 2 ਕਰਕੇ ਉੱਥੇ ਸੁੱਟਦਾ ਰਿਹਾ। ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਹੁੰਦਾ ਕਿ ਮਾਧਵੀ ਦੇ ਵਾਲਿदैन ਜਿਹੜੇ ਆ ਗੁਜਰਾਤ ਰਹਿੰਦੇ, ਉਹ 16 ਜਨਵਰੀ ਨੂੰ ਕਾਲ ਕਰਦੇ ਆ ਆਪਣੀ ਬੇਟੀ ਨੂੰ ਕਿ ਬੇਟੀ ਦਾ ਜਿਹੜਾ ਮੋਬਾਈਲ ਆ ਉਹ ਬੰਦ ਜਾ ਰਿਹਾ ਹੁੰਦਾ। ਉਹਨਾਂ ਨੇ ਕਿਹਾ ਕਿ ਹੋ ਸਕਦਾ ਇਹਦੀ ਬੈਟਰੀ ਡਾਊਨ ਹੋ ਗਈ ਹੋਵੇ। ਫਿਰ ਉਹ 17 ਜਨਵਰੀ ਨੂੰ ਦੁਬਾਰਾ ਕਾਲ ਕਰਦੇ ਨੇ, ਫਿਰ ਵੀ ਮਾਧਵੀ ਦਾ ਜਿਹੜਾ ਮੋਬਾਈਲ ਆ ਫੋਨ ਉਹ ਬੰਦ ਜਾ ਰਿਹਾ। ਉਹ ਬੜੇ ਪਰੇਸ਼ਾਨ ਹੋ ਗਏ। ਫਿਰ ਉਹਨਾਂ ਨੇ ਆਪਣੇ ਜਿਹੜਾ ਜਵਾਈ ਆ ਉਹਨਾਂ ਦਾ ਗੁਰੂ ਮੂਰਤੀ, ਉਹਦੇ ਨੰਬਰ ਦੇ ਉੱਤੇ ਕਾਲ ਕੀਤੀ। ਉਹਨੂੰ ਕਿਹਾ ਕਿ ਮਾਧਵੀ ਦਾ ਨੰਬਰ ਬੰਦ ਜਾ ਰਿਹਾ, ਮਾਧਵੀ ਕਿੱਥੇ ਆ, ਉਹਦਾ ਨੰਬਰ ਨਹੀਂ ਮਿਲ ਰਿਹਾ।
ਗੁਰੂ ਮੂਰਤੀ ਨੇ ਕਿਹਾ ਕਿ ਉਹ ਜਿਹੜੀ ਆ ਕਿ ਮੇਰੇ ਨਾਲ ਲੜਾਈ ਕਰਕੇ ਤੇ ਘਰੋਂ ਨਾਰਾਜ਼ ਹੋ ਕੇ ਨਿਕਲ ਗਈ ਆ ਤੇ ਮੈਨੂੰ ਵੀ ਨਹੀਂ ਪਤਾ ਹੁਣ ਕਿੱਥੇ ਆ ਤੇ ਨਾ ਉਹਦੇ ਨੰਬਰ ਤੇ ਕਾਲ ਹੋ ਰਹੀ ਆ। ਉਹ ਬੜੇ ਪਰੇਸ਼ਾਨ ਹੋ ਗਏ ਤੇ ਉਹਨਾਂ ਨੇ ਫਿਰ ਚੁੱਕਿਆ ਫੋਨ। ਉਹਨਾਂ ਤੇ ਜਿੰਨੇ ਵੀ ਹੈਦਰਾਬਾਦ ਦੇ ਵਿੱਚ ਕੋਈ ਰਿਸ਼ਤੇਦਾਰ ਰਹਿੰਦੇ ਸੀ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਕਿ ਮਾਧਵੀ ਤੁਹਾਡੀ ਵਾਲੀ ਸਾਈਡ ਨੂੰ ਤਾਂ ਨਹੀਂ ਆਈ, ਕਿਸੇ ਦੇ ਘਰ ਤਾਂ ਨਹੀਂ ਆਈ। ਜਿੰਨੇ ਵੀ ਰਿਸ਼ਤੇਦਾਰ ਸਾਰਿਆਂ ਕੋਲੋਂ ਕਲੀਅਰ ਕੀਤਾ, ਸਾਰਿਆਂ ਨੇ ਕਿਹਾ ਇੱਧਰ ਨਹੀਂ ਆਈ ਹੈਗੀ। 18 ਜਨਵਰੀ ਨੂੰ ਫਿਰ ਉਹ ਗੁਰੂ ਮੂਰਤੀ ਦੇ ਘਰ ਆ ਜਾਂਦੇ ਨੇ ਔਰ ਆ ਕੇ ਸਿੱਧੇ ਉੱਥੇ ਪਤਾ ਕਰਦੇ ਨੇ ਕਿ ਕੀ ਰੌਲਾ ਬਣਿਆ। ਗੁਰੂ ਮੂਰਤੀ ਜਿਹੜਾ ਉਹ ਦੱਸਦਾ ਕਿ ਇਸ ਤਰ੍ਹਾਂ ਮੇਰਾ ਉਹਦੇ ਨਾਲ ਤਿਉਹਾਰ ਤੇ ਝਗੜਾ ਹੋਇਆ ਸੀ, ਜਿਹੜਾ ਮਨਾਉਣਾ ਸੀ ਗੋਂਗਲ ਤਿਉਹਾਰ, ਤੇ ਮੈਂ ਉਹਨੂੰ ਕਿਹਾ ਸੀ ਕਿ ਤੂੰ ਅਜੇ ਨਾ ਜਾ, ਇਕੱਠੇ ਚੱਲਾਂਗੇ। ਲੇਕਿਨ ਉਸ ਬਹਿਸ ਦੇ ਦੌਰਾਨ ਹੀ ਫਿਰ ਸਾਡੀ ਲੜਾਈ ਹੋ ਗਈ ਤੇ ਫਿਰ ਉਹ ਨਾਰਾਜ਼ ਹੋ ਕੇ ਗੁੱਸੇ ਹੋ ਕੇ ਚਲੇ ਗਈ। ਹੁਣ ਕੋਈ ਪਤਾ ਨਹੀਂ ਕਿੱਥੇ ਗਈ। ਇਹ ਜਿਹੜਾ ਗੁਰੂ ਮੂਰਤੀ ਆ ਇਹ ਤੇ ਇਹਦੇ ਸਸੁਰਾਲ ਵਾਲੇ ਸਿੱਧੇ ਥਾਣੇ ਜਾਂਦੇ ਨੇ, FIR ਦਰਜ ਕਰਾਉਂਦੇ ਨੇ। FIR ਜਿਸ ਵੇਲੇ ਦਰਜ ਕਰਾਉਂਦੇ ਨੇ ਤੇ ਪੁਲਿਸ ਵਾਲੇ ਵੀ ਤੇ ਘਰ ਵਾਲੇ ਵੀ ਸਾਰੇ ਇਹੀ ਸੋਚਦੇ ਵੀ ਚਲੋ ਕੋਈ ਨਹੀਂ, ਲੜਾਈ ਝਗੜਾ ਇਹਨਾਂ ਦਾ ਹੋਇਆ, ਵਾਪਸ ਆ ਜਾਏਗੀ। ਜਦੋਂ ਇੱਕ ਹਫਤਾ ਹੋ ਗਿਆ ਕੋਈ ਕੁਛ ਨਾ ਪਤਾ ਚੱਲਿਆ ਉਹਦਾ ਵੀ ਉਹ ਕਿੱਥੇ ਗਈ, ਨਾ ਘਰ ਵਾਪਸ ਆਈ। ਫਿਰ ਪੁਲਿਸ ਵਾਲਿਆਂ ਨੇ ਸੋਚਿਆ ਵੀ ਇਸ ਕੇਸ ਦੀ ਤਹਿਕੀਕਾਤ ਕਰਨੀ ਚਾਹੀਦੀ ਆ। ਪੁਲਿਸ ਵਾਲਿਆਂ ਨੇ ਫਿਰ ਦੇਖਿਆ ਕਿ ਇਹ ਜਿਹੜਾ ਗੁਰੂ ਮੂਰਤੀ ਆ, ਇਹ ਜਿਹੜਾ ਬੰਦਾ, ਇਹਨੇ ਨਾ FIR ਦਰਜ ਕਰਾਈ ਤੇ ਨਾ ਇਹਨੇ ਕੋਈ ਟੈਨਸ਼ਨ ਲਈ ਤੇ 2 ਦਿਨ ਬਾਅਦ ਇਹਨੇ FIR ਉਹ ਵੀ ਉਹਦੇ ਪੇਕਿਆਂ ਦੇ ਕਹਿਣ ਦੇ ਉੱਤੇ, ਯਾਨੀ ਆਪਣੇ ਸਸੁਰਾਲ ਦੇ ਕਹਿਣ ਦੇ ਉੱਤੇ ਥਾਣੇ ਆਇਆ, ਰਪਟ ਦਰਜ ਕਰਾਈ ਤੇ ਇਹਦੇ ਨਾਲ ਦੇ ਵਿੱਚ ਕੋਈ ਕਾਲਾ ਜ਼ਰੂਰ ਆ। ਤੇ ਉਸ ਤੋਂ ਇਲਾਵਾ ਇਹਦੇ ਚਿਹਰੇ ਦੇ ਤਾਸਰਾਤ ਜਿਹੜੇ ਨੇ ਉਹ ਵੀ ਦੱਸਦੇ ਨੇ ਕਿ ਇਹਨੂੰ ਕੋਈ ਟੈਨਸ਼ਨ ਨਹੀਂ ਹੈਗੀ। ਲੜਕੀ ਦੇ ਵਾਲਿदैन ਇੰਨਾ ਰੋਂਦੇ ਨੇ, ਉਹਨਾਂ ਦੀਆਂ ਅੱਖਾਂ ਸੁੱਜ ਗਈਆਂ, ਇਹਨੂੰ ਪਤਾ ਹੀ ਕੋਈ ਨਹੀਂ ਹੈਗਾ। ਪੁਲਿਸ ਹੁਣ ਡਰਦੀ ਵੀ ਆ ਕਿ ਇਹ ਆਰਮੀ ਅਫੀਸਰ ਆ, ਅਗਰ ਇਹਨੂੰ ਅਸੀਂ ਫੜਿਆ ਕੋਈ ਮਸਲਾ ਨਾ ਬਣੇ। ਲੇਕਿਨ ਕਿਉਂਕਿ ਕੇਸ ਦੀ ਤਹਿਕੀਕਾਤ ਕਰਨੀ ਆ ਨਾ, ਪੁਲਿਸ ਵਾਲੇ ਆਉਂਦੇ ਨੇ, ਇਹਨਾਂ ਨੂੰ ਬੁਲਾ ਲੈਂਦੇ ਨੇ, ਇਹਨਾਂ ਦੀ ਫੈਮਿਲੀ ਕੋਲੋਂ ਤਹਿਕੀਕਾਤ ਕਰਦੇ ਨੇ। ਹਾਂਜੀ ਤੁਸੀਂ ਦੱਸੋ ਕਿਸੇ ਦੇ ਉੱਤੇ ਕੋਈ ਸ਼ੱਕ ਸ਼ੁਕ? ਉਹ ਕਹਿੰਦੇ ਕੋਈ ਨਹੀਂ। ਤੇ ਪੁਲਿਸ ਨੇ ਬਿਲਕੁਲ ਪੱਕਾ ਤਹੀਆ ਕਰ ਲਿਆ ਕਿ ਹੁਣ ਇਹਨੂੰ ਗ੍ਰਿਫਤਾਰ ਕਰੋ। ਪੁਲਿਸ ਜਿਹੜੀ ਹੈ ਨਾ ਉਹ ਗੁਰੂ ਮੂਰਤੀ ਨੂੰ ਫੜ ਲੈਂਦੀ ਹੈ ਕਿ ਤੂੰ ਹੀ ਚੋਰ ਆ ਸਾਡਾ, ਸਾਨੂੰ ਦੱਸ ਤੂੰ ਹੀ ਆ ਜੋ ਵੀ ਕੀਤਾ। ਤੇ ਜਿਸ ਵੇਲੇ ਪੁਲਿਸ ਨੂੰ ਪੁੱਛਦੀ ਆ, ਉਹਦੇ ਤੇ ਥੋੜੀ ਜਿਹੀ ਸਖਤੀ ਕਰਦੀ ਆ ਤੇ ਫਿਰ ਉਹ ਮੰਨ ਜਾਂਦਾ। ਫਿਰ ਉਹਨੇ ਇਹ ਸਾਰੀ ਸਟੋਰੀ ਸੁਣਾਈ ਜਿਹੜੀ ਮੈਂ ਅੱਗੇ ਤੁਹਾਨੂੰ ਸੁਣਾਈ ਸੀ ਪੁਲਿਸ ਵਾਲਿਆਂ ਨੂੰ। ਉਹਨਾਂ ਨੇ ਕਿਹਾ ਕਿ ਉਹ ਬੱਚੇ ਫਿਰ ਕਿੱਥੇ ਸੀ? ਉਹ ਜਿਹੜੇ ਬੱਚੇ ਸੀ ਨਾ 2, ਮੈਂ ਆਪਣੀ ਭੈਣ ਦੇ ਘਰ ਛੱਡ ਆਇਆ ਸੀ ਤੇ ਇਸ ਤਰ੍ਹਾਂ ਫਿਰ ਇਹਦੇ ਵਾਸ਼ਰੂਮ ਦੇ ਵਿੱਚ ਗ੍ਰਾਈਂਡਰ ਨਾਲ ਟੁਕੜੇ ਕੀਤੇ, ਫਿਰ ਗੋਸ਼ਤ ਨੂੰ ਕੁੱਕਰ ਦੇ ਵਿੱਚ ਗਾਲਿਆ, ਫਿਰ ਛੋਪਰਾਂ ਦੇ ਵਿੱਚ ਪਾ ਕੇ ਤੇ ਮੈਂ ਦਰਿਆ ਦੇ ਵਿੱਚ ਮੱਛੀਆਂ ਨੂੰ ਸੁੱਟਤਾ। ਮੱਛੀਆਂ ਖਾ ਗਈਆਂ ਹੋਣਗੀਆਂ, ਉਹਦੀ ਲਾਸ਼ ਤਾਂ ਨਾ ਮਿਲੀ, ਨਾ ਉਹਦੇ ਕੋਈ ਟੁਕੜਾ ਮਿਲਿਆ। ਇਸ ਤਰ੍ਹਾਂ ਫਿਰ ਉਹਨਾਂ ਨੇ ਗੁਰੂ ਮੂਰਤੀ ਨੂੰ ਗ੍ਰਿਫਤਾਰ ਕਰ ਲਿਆ ਔਰ ਉਹਨੇ ਇਕਬਾਲੇ ਜੁਰਮ ਕਰ ਲਿਆ। ਤੇ ਇਸ ਤਰ੍ਹਾਂ ਲੜਾਈ ਝਗੜੇ ਹੁੰਦੇ ਰਹਿੰਦੇ ਨੇ ਮੀਆਂ ਬੀਵੀ ਦੇ। ਤੇ ਲੇਕਿਨ ਇਹ ਕੈਸਾ, ਯਾਨੀ ਤੁਸੀਂ ਕਹਿ ਲਓ ਇੱਕ ਦਰਿੰਦਾ ਸਿਫਤ ਇਨਸਾਨ ਜਿਹੜਾ ਆਪਣੀ ਬੀਵੀ ਦੇ ਹੀ ਗ੍ਰੈਂਡਰ ਦੇ ਨਾਲ ਟੁਕੜੇ ਕਰ ਦੇਵੇ। ਅੱਲਾਹ ਤਾਲਾ ਸਭ ਤੇ ਰਹਿਮਤਾਂ ਫਰਮਾਏ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਮਾਨ ਚ ਰੱਖੇ। अस्सलामु अलैकुम व रहमतुल्लाहि व बरकातुहू।